गुड मॉर्निंग प्लस टू क्लास। ਅੱਜ ਦਾ ਜੋ ਟੌਪਿਕ ਆਪਾਂ ਕਰਨ ਲੱਗੇ ਆ ਆਪਣੇ ਟੌਪਿਕ ਦਾ ਨਾਮ ਹੈ ਇਲੈਕਟ੍ਰਿਕ ਮੇਜਰਮੈਂਟਸ। ਦੇਖੋ ਸੈਕੰਡ ਏ ਯੂਨਿਟ ਦੇ ਵਿੱਚ ਆਪਾਂ ਨੇ ਇਲੈਕਟ੍ਰਿਕ ਕਰੰਟਸ ਨੂੰ ਮੇਜਰ ਕੀਤਾ ਹੈ, ਇਲੈਕਟ੍ਰਿਕ ਕਰੰਟਸ ਫਾਈਂਡ ਕੀਤਾ ਕੀ ਹੁੰਦਾ ਹੈ, ਕਿਹੜੇ ਫੈਕਟਰ 'ਤੇ ਡਿਪੈਂਡ ਕਰਦਾ ਹੈ, ਰੈਜ਼ਿਸਟੈਂਸ ਕੀ ਹੁੰਦਾ ਹੈ, ਠੀਕ ਹੈ, ਰੈਜ਼ਿਸਟੈਂਸ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਇਸ ਟੌਪਿਕ ਦੇ ਵਿੱਚ ਆਪਾਂ ਇਲੈਕਟ੍ਰਿਕ ਕਰੰਟਸ ਨੂੰ ਮੇਜਰ ਕਰਨ ਦੇ ਵੇਰੀਅਸ ਵੇ ਦੀ ਗੱਲ ਕਰਾਂਗੇ, ਵੇਰੀਅਸ ਮੈਥਡਸ ਫਾਈਂਡ ਕਰਾਂਗੇ, ਠੀਕ ਹੈ। ਉਹ ਵੇਰੀਅਸ ਮੈਥਡ ਪੜ੍ਹਨ ਤੋਂ ਪਹਿਲਾਂ ਇੱਕ ਕਿਰਚੌਫ ਨਾਂ ਦਾ ਸਾਇੰਟਿਸਟ ਸੀਗਾ, ਕਿਰਚੌਫ। ਉਹਨੇ ਕੁਝ ਰੂਲ ਦੱਸੇ ਜਿਹੜੀ ਮੇਜਰਮੈਂਟ ਹੈ ਉਹ ਕਿਸ ਰੂਲ ਦੇ ਅਕੋਰਡਿੰਗ ਹੁੰਦੀ ਹੈ। ਕਿਰਚੌਫਸ ਉਹਨੇ ਕੁਝ ਕਿਰਚੌਫ ਰੂਲ ਦਿੱਤੇ, ਠੀਕ ਹੈ, ਇਲੈਕਟ੍ਰਿਕ ਕਰੰਟ ਨੂੰ ਮੇਜਰ ਕਰਨ ਵਾਸਤੇ ਰੂਲ ਦਿੱਤੇ ਜਿਹਨਾਂ ਨੂੰ ਆਪਾਂ ਕਿਰਚੌਫਸ ਰੂਲ ਕਹਿੰਦੇ ਹਾਂ, ਕਿਰਚੌਫ ਲਾਸ ਕਹਿੰਦੇ ਹਾਂ। ਉਹਦੇ ਰੂਲ ਦੋ ਰੂਲ ਸੀ ਉਹਦੇ। ਫਸਟ ਹੈ ਕਿਰਚੌਫ ਫਸਟ ਰੂਲ, ਜਿਹਨੂੰ ਆਪਾਂ ਕਿਰਚੌਫ ਦਾ ਕਰੰਟ ਰੂਲ ਵੀ ਕਹਿ ਦਿੰਦੇ ਹਾਂ। ਕਿਰਚੌਫਸ ਫਸਟ ਲੋ ਔਰ ਕਰੰਟ ਰੂਲ, ਠੀਕ ਹੈ ਜੀ। ਇਹ ਲੋ ਕੀ ਕਹਿੰਦਾ, ਲੈਟ ਅਸ ਇਫ ਲਾਰਜ ਨੰਬਰ ਆਫ ਕਰੰਟ ਆਰ ਮੀਟਿੰਗ ਐਟ ਏ ਜੰਕਸ਼ਨ then sum of all the current will be zero। ਇਹ ਰੂਲ ਕੀ ਕਹਿੰਦਾ ਹੈ, ਜੇ ਲਾਰਜ ਨੰਬਰ ਆਫ ਕਰੰਟ ਤੁਹਾਡੇ ਕੋਲ ਇੱਕ ਪਰਟੀਕੂਲਰ ਪੁਆਇੰਟ 'ਤੇ ਮਿਲ ਰਹੇ ਨੇ ਜਿਹਨੂੰ ਆਪਾਂ ਜੰਕਸ਼ਨ ਕਹਿ ਦਿੰਦੇ ਹਾਂ, ਦੈਨ ਉਹਨਾਂ ਸਾਰਿਆਂ ਦਾ ਕਰੰਟ ਤੁਹਾਡੇ ਕੋਲ ਕੀ ਹੋਊਗਾ, ਜ਼ੀਰੋ। ਦੈਟ ਇਜ਼ ਸਮੀਸ਼ਨ ਆਈ ਤੁਹਾਡੇ ਕੋਲ ਕੀ ਹੋਊਗਾ, ਜ਼ੀਰੋ ਹੋਏਗਾ। ਦੇਖੋ ਕਿਵੇਂ, ਲੈਟ ਅਸ ਸਪੋਜ਼ ਮੇਰੇ ਕੋਲ ਇੱਕ ਪੁਆਇੰਟ ਹੈ O, ਇੱਥੇ ਆ 5 ਕਰੰਟਸ ਮੀਟ ਕਰ ਰਹੇ ਨੇ। ਮੰਨ ਲਓ ਇਹ ਕਰੰਟ I1 ਹੈ, ਇਹ ਕਰੰਟ ਮੰਨ ਲਓ I2 ਹੈ, ਇਹ ਕਰੰਟ ਮੰਨ ਲਓ I3 ਹੈ, ਇਹ ਕਰੰਟ ਮੰਨ ਲਓ I5 ਹੈ, ਅਤੇ ਇਹ ਕਰੰਟ ਮੰਨ ਲਓ I4 I5। ਹੁਣ ਦੇਖੋ ਇੱਥੇ ਜਿਹੜਾ O ਪੁਆਇੰਟ ਹੈ, ਪੁਆਇੰਟ O ਇਜ਼ ਕਾਲਡ ਜੰਕਸ਼ਨ। ਇੱਥੇ ਕਾਫੀ ਸਾਰੀ ਚੀਜ਼ਾਂ ਇੱਕ ਜਗ੍ਹਾ 'ਤੇ ਕਿ ਉਹਨੂੰ ਆਪਾਂ ਜੰਕਸ਼ਨ ਕਹਿ ਦਿੰਦੇ ਹਾਂ। ਇੱਥੇ ਲਾਰਜ ਨੰਬਰ ਆਫ ਕਰੰਟ ਮੀਟ ਕਰ ਰਹੇ ਨੇ, ਦੈਨ O ਪੁਆਇੰਟ ਇਜ਼ ਕਾਲਡ ਜੰਕਸ਼ਨ। ਜਿਹੜੇ ਵੀ ਕਰੰਟ ਇਸ ਜੰਕਸ਼ਨ 'ਤੇ ਮੀਟ ਕਰ ਰਹੇ ਨੇ ਉਹ I1 ਹੈ, I2 ਹੈ, I3 ਹੈ, I4 ਹੈ, I5 ਹੈ। ਇਹਨਾਂ ਸਾਰਿਆਂ ਦਾ ਜੋੜ ਬਰਾਬਰ ਕੀ ਹੋਊਗਾ, ਜ਼ੀਰੋ ਦੇ ਬਰਾਬਰ ਹੋਊ। ਇਹ ਰੂਲ ਇਹ ਕਹਿੰਦਾ ਹੈ। ਬਟ ਇੱਕ ਪ੍ਰੋਬਲਮ ਫਿਰ ਆ ਗਈ ਸੀ, ਤੁਸੀਂ ਧਿਆਨ ਨਾਲ ਦੇਖੋ ਕੁਛ ਕਰੰਟ ਨੇ ਜਿਹੜੇ O ਤੋਂ ਬਾਹਰ ਨੂੰ ਜਾ ਰਹੇ ਨੇ। ਜਿਵੇਂ I1 ਹੈ, ਇਹਦਾ ਐਰੋ ਮੈंने ਅਪਵਰਡ ਲਗਾਇਆ ਹੈ, I2 ਇਹਦਾ ਐਰੋ मैंने ਇਨਵਰਡ ਲਗਾਇਆ ਹੈ, I3 ਦਾ ਵੀ ਬਾਹਰ ਹੈ, I4 ਦਾ ਇਨਵਰਡ ਹੈ ਨਾ। ਕੁਛ ਇਨਵਰਡਸ ਨੇ, ਕੁਛ ਕੈਰੋ ਕੀ ਨੇ, ਆਊਟਵਰਡਸ ਨੇ। ਤਾਂ ਫਿਰ ਇਹਦਾ ਕੀ ਰੌਲਾ ਹੈ, ਤਾਂ ਇਹਦੇ ਦੱਸਣ ਲਈ ਸਾਈਨ ਕਨਵੈਂਸ਼ਨ ਦਿੱਤੀ। ਸਾਈਨ ਕਨਵੈਂਸ਼ਨ ਕੀ ਹੈ ਵੀ ਸਾਈਨ ਪੋਜ਼ਿਟਿਵ ਕਦੋਂ ਲੈਣਾ ਹੈ। ਸਾਈਨ ਕਨਵੈਂਸ਼ਨ ਕੀ ਸੀਗੀ, ਧਿਆਨ ਰੱਖਿਓ, ਜਿਹੜੇ ਵੀ ਕਰੰਟ, all the currents which are moving toward the junction, ਜਿਹੜੇ ਵੀ ਐਰੋਸ ਜਾਂ ਜਿਹੜੇ ਵੀ ਕਰੰਟ ਜੰਕਸ਼ਨ ਵੱਲ ਨੂੰ ਮੂਵ ਕਰ ਰਹੇ ਹੋਣਗੇ, ਟੇਕਨ ਐਜ਼ ਪੋਜ਼ਿਟਿਵ, ਉਹਨਾਂ ਨੂੰ ਆਪਾਂ ਕੀ ਲਵਾਂਗੇ, ਪੋਜ਼ਿਟਿਵ ਲਵਾਂਗੇ। ਵੇਅਰ ਐਜ਼ the current move away from the junction taken as negative। ਜਿਹੜੇ ਜੰਕਸ਼ਨ ਵੱਲ ਨੂੰ ਜਾ ਰਹੇ ਹੋਣਗੇ ਉਹ ਪੋਜ਼ਿਟਿਵ ਲਵਾਂਗੇ, ਜਿਹੜੇ ਜੰਕਸ਼ਨ ਤੋਂ ਅਵੇ ਜਾ ਰਹੇ ਹੋਣਗੇ ਉਹ ਕਰੰਟ ਕੀ ਲਵਾਂਗੇ, ਨੈਗੇਟਿਵ। ਦੈਨ ਇਹਦੀ ਜਿਹੜੀ ਸਾਈਨ ਕਨਵੈਂਸ਼ਨ ਹੈ ਇਸ ਇਕੁਏਸ਼ਨ ਲਈ ਯੂਜ਼ ਕਰਕੇ ਦੇਖੋ। I1 ਕਿੱਧਰ ਜਾ ਰਿਹਾ, ਟੁਵਾਰਡਸ ਦ ਜੰਕਸ਼ਨ ਜਾ ਰਿਹਾ ਕਿ ਅਵੇ ਜੰਕਸ਼ਨ ਜਾ ਰਿਹਾ, ਅਵੇ ਜਾ ਰਿਹਾ, ਨੈਗੇਟਿਵ ਲਾ ਲਓ। I2 ਟੁਵਾਰਡਸ ਜਾ ਰਿਹਾ, ਪੋਜ਼ਿਟਿਵ ਲਗਾ ਲਓ। I3 ਅਵੇ, I4 ਟੁਵਾਰਡਸ, I5 ਅਵੇ। ਇਹ ਸਾਰਿਆਂ ਨੂੰ ਜੋੜ ਬਰਾਬਰ ਕਾਹਦੇ ਹੋਊਗਾ, ਜ਼ੀਰੋ ਹੋਏਗਾ, ਠੀਕ ਹੈ ਜੀ। ਦੈਟ ਮੀਨਸ ਤਾਂ ਹੀ ਕਰਕੇ ਉਹਨੂੰ ਸਮੀਸ਼ਨ ਫਾਰਮ ਦੇ ਵਿੱਚ ਲਿਖ ਲਿਆ, I+1 ਲੈ ਕੇ N, I ਦੇ ਪੈਰ 'ਚ I ਪਾ ਲਓ, ਬਰਾਬਰ ਕਾਹਦੇ ਹੋਏਗਾ, ਕਿਉਂਕਿ ਇਹ ਜਿਹੜਾ ਰੂਲ ਹੈ ਕਰੰਟ ਦੀ ਇਨਫੋਰਮੇਸ਼ਨ ਦਿੰਦਾ ਹੈ, ਤਾਂ ਕਰਕੇ ਇਹਨੂੰ ਆਪਾਂ ਕਿਰਚੌਫ ਦਾ ਕਰੰਟ ਰੂਲ ਵੀ ਕਹਿ ਦਿੰਦੇ। ਯੂਜ਼ ਹੋਣਗੇ ਅੱਗੇ ਦੇਖਾਂਗੇ ਆਪਾਂ ਕਿਵੇਂ। ਫਿਰ ਹੈ ਤੁਹਾਡਾ ਕਿਰਚੌਫ ਸੈਕੰਡ ਰੂਲ। ਕਿਰਚੌਫ ਸੈਕੰਡ ਰੂਲ, ਉਹ ਰੂਲ 'ਚ ਵੋਲਟੇਜ ਦੀ ਗੱਲ ਹੁੰਦੀ ਹੈ, ਤਾਂ ਕਰਕੇ ਉਹਨੂੰ ਆਪਾਂ ਕਿਰਚੌਫ ਦਾ ਵੋਲਟੇਜ ਰੂਲ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ। ਦੇਖੋ ਇਹ ਰੂਲ ਕੀ ਕਹਿੰਦਾ ਹੈ,
for any closed circuit, for any closed circuit, the total change in voltage, total change in voltage in that circuit will be zero. ਜੇ ਕੋਈ ਕਲੋਜ਼ ਸਰਕਟ ਹੈ, ਮੇਰੇ ਕੋਲ ਮੈਂ ਸਰਕਟ ਬਣਾਉਣ ਲੱਗਿਆ ਇੱਥੇ ਕਲੋਜ਼ ਸਰਕਟ ਦੀ ਡਾਇਗਰਾਮ ਹੈ ਕੋਈ, ਉਹਦੇ ਵਿੱਚ ਜਿੰਨਾ ਵੀ ਵੋਲਟੇਜ ਦਾ ਚੇਂਜ ਆਏਗਾ ਉਹਨਾਂ ਸਾਰਿਆਂ ਦੀ ਵੋਲਟੇਜ ਚੇਂਜ ਦਾ ਜੋੜ ਕੀ ਹੋਏਗਾ, ਜ਼ੀਰੋ ਹੋਏਗਾ। ਫੋਰ ਐਗਜ਼ਾਮਪਲ ਕਿਵੇਂ, मतलब मेरे को सर्किट डायग्राम बना ली मैंने, अब बैटरी लगा ली, आ रजिस्टेंस लगा लिया, आ करंट जा रहा है। एक क्लोज सर्किट है, देखो इस केस ਦੇ ਵਿੱਚ ਇਹਦੀ ਵੋਲਟੇਜ ਚੇਂਜ ਹੋਏਗੀ ਕਿਉਂਕਿ ਇਹਦੇ ਕ੍ਰੋਸ ਵੋਲਟੇਜ ਡ੍ਰੌਪ ਹੋਏਗਾ, ਉਹਨਾਂ ਟੋਟਲ ਚੇਂਜ ਜਿੰਨਾ ਦੇਖੋ ਇਹਦੀ ਵੋਲਟੇਜ ਘਟੂਗੀ ਉਨੀ ਇਹਦੀ ਵੱਧ ਜੂਗੀ, ਤਾਂ ਟੋਟਲ ਚੇਂਜ ਤੁਹਾਡੇ ਕੋਲ ਆਟੋਮੈਟਿਕਲੀ ਕੀ ਹੋ ਜਾਊਗਾ, ਜ਼ੀਰੋ। ਜੇ ਆਪਾਂ ਹੋਰ ਸਰਕਟ ਡਾਇਗਰਾਮ ਐ ਬਣਾ ਲਾਂਗੇ ਕਿੱਥੇ, ਤਾਂ ਮੇਰੇ ਕੋਲ ਦੋ ਸਰਕਟ ਡਾਇਗਰਾਮ ਬਣ ਜਾਣਗੇ, ਇੱਕ ਕਲੋਜ਼ ਲੂਪ ਇਹ, ਇੱਕ ਲੂਪ ਇਹ, ਤਾਂ ਦੋਨੇ ਲੂਪ ਦੇ ਵਿੱਚ ਜਿਹੜਾ ਟੋਟਲ ਕਰੰਟ ਟੋਟਲ ਵੋਲਟੇਜ ਚੇਂਜ ਹੋਏਗਾ ਉਹ ਕੀ ਹੋਏਗਾ, ਜ਼ੀਰੋ ਹੋਏਗਾ। ਬਟ ਇਹ 'ਚ ਫਿਰ ਸਾਈਨ ਕਨਵੈਂਸ਼ਨ ਦੇਖੋ ਕਿਸੇ ਕੇਸ 'ਚ ਤਾਂ ਆਪਾਂ ਇਸ ਕੇਸ 'ਚ ਤਾਂ ਆਪਾਂ ਐਂ ਜਾ ਰਹੇ ਹਾਂ ਨਾ, ਦੇਖੋ ਧਿਆਨ ਦੇਖੋ ਪੋਜ਼ੀਟਿਵ ਟੂ ਨੈਗੇਟਿਵ ਕਰੰਟ ਜਾ ਰਿਹਾ ਐਂ, ਯੂ ਆਰ ਮੂਵਿੰਗ ਇਨ ਦੈਟ ਡਾਇਰੈਕਸ਼ਨ। ਇਸ ਕੇਸ ਦੇ ਵਿੱਚ ਕਰੰਟ ਤੁਹਾਡਾ ਐਂ ਜਾ ਰਿਹਾ, ਇੱਕ ਕੇਸ ਦੇ ਵਿੱਚ ਕਲੌਕਵਾਈਜ਼ ਜਾ ਰਿਹਾ, ਇੱਕ ਕੇਸ ਦੇ ਵਿੱਚ ਤੁਹਾਡਾ ਕਰੰਟ ਕੀ ਜਾ ਰਿਹਾ, ਐਂਟੀ ਕਲੌਕਵਾਈਜ਼ ਜਾ ਰਿਹਾ। ਫਿਰ ਇਹਦੇ ਜੇ ਆਪਾਂ ਕਰੰਟ ਦੀ ਡਾਇਰੈਕਸ਼ਨ ਚੇਂਜ ਕਰਾਂਗੇ ਤਾਂ ਵੋਲਟੇਜ ਚੇਂਜ ਹੋਏਗੀ, ਤਾਂ ਫਿਰ ਇਹਨੂੰ ਦੱਸਣ ਲਈ ਸਾਈਨ ਕਨਵੈਂਸ਼ਨ ਯੂਜ਼ ਕੀਤੀ ਹੈ। ਪੋਜ਼ੀਟਿਵ ਚੀਜ਼ ਕਦੋਂ ਲੈਣੀ ਹੈ, ਨੈਗੇਟਿਵ ਵੋਲਟੇਜ ਕਦੋਂ ਲੈਣੀ ਹੈ। ਸਾਈਨ ਕਨਵੈਂਸ਼ਨ ਕੀ ਕਹਿੰਦੀ ਸੀ, ਇਫ current moving in a circuit in clockwise direction, current किमें जा रहे हैं, clockwise, then voltage taken as positive, voltage taken as a positive। जे current anti clockwise जा रहे हैं, if करंट मूविंग एंटी क्लॉकवाइज ਤਾਂ ਵੋਲਟੇਜ ਤੁਹਾਡੀ ਕੀ ਲਵਾਂਗੇ, ਨੈਗੇਟਿਵ ਲਵਾਂਗੇ, ਐਂਟੀ क्लॉकवाइज then voltage taken as negative। ਕਲੀਅਰ ਹੈ ਗੱਲ ਜੀ। ਇਹ ਦੋਨੇ ਇਹ ਆਪਾਂ ਇਹ ਰੂਲ ਤੁਹਾਨੂੰ ਜਦੋਂ ਆਪਾਂ ਅਗਲਾ ਟੌਪਿਕ ਕਰਾਂਗੇ ਵੀਟਸਟੋਨ ਵਿੱਚ ਉਹਦੇ ਵਿੱਚ ਕਲੀਅਰ ਵੀ ਹੋ ਜਾਏਗਾ ਕਿਵੇਂ ਪੋਜ਼ਿਟਿਵ ਲੈਣਾ ਤੇ ਕਿਵੇਂ। ਦਿਸ ਇਜ਼ ਦ ਕਿਰਚੌਫਸ ਰੂਲ ਟੂ ਫਾਈਂਡ ਦ ਵੈਲਿਊ ਆਫ ਕਰੰਟ ਐਂਡ ਵੋਲਟੇਜ ਇਨ ਪਰਟੀਕੂਲਰ सर्किट्स। नैक्सट बहुत इंपॉर्टेंट टॉपिक है अपना व्हीटस्टोन ब्रिज, ਇਹਦੀ ਐਪਲੀਕੇਸ਼ਨ ਹੈ ਕਿਰਚੌਫ ਰੂਲ ਲੱਗਦੇ ਨੇ ਉੱਥੇ, ਠੀਕ ਹੈ, ਤੇ ਉਹਦੀ ਹੈਲਪ ਨਾਲ ਆਪਾਂ ਅਨਨੋਨ ਰੈਜ਼ਿਸਟੈਂਸ ਫਾਈਂਡ ਕਰ ਸਕਦੇ ਹਾਂ। ਟੌਪਿਕ ਕੀ ਹੈ, व्हीटस्टोन ब्रिज। इस तरह का की है व्हीटस्टोन ब्रिज बेटा की है, it is an arrangement of, it is an arrangement of four resistance in the form of bridge। चार रजिस्टेंस ਦੀ ਅਰੇਂਜਮੈਂਟ ਹੈ ਬ੍ਰਿਜ ਦੀ ਫਾਰਮ ਦੇ ਵਿੱਚ, ਐਜ਼ ਸ਼ੋਨ ਇਨ ਡਾਇਗਰਾਮ। ਮੈਂ ਡਾਇਗਰਾਮ ਬਣਾਉਣਾ ਨਾਲ ਠੀਕ ਹੈ ਜੀ, ਸੱਚ ਦੈਟ ਇਸ ਤਰ੍ਹਾਂ ਅਰੇਂਜਮੈਂਟ ਹੈ। ਪਹਿਲਾਂ ਦੇਖੋ ਇਸ ਤਰ੍ਹਾਂ ਇੱਥੇ ਰੈਜ਼ਿਸਟੈਂਸ R1 ਲੱਗੇ, ਮੈਂ ਰੈਜ਼ਿਸਟੈਂਸ ਨਹੀਂ ਬਣਾ ਰਿਹਾ, ਮਤਲਬ ਪੀ ਤੁਹਾਡੀ ਬੁੱਕ ਦੇ ਵਿੱਚ ਨਹੀਂ ਪੀ ਨਾਮ ਦਾ ਪੀ ਲਿਖ ਲਓ, ਇੱਥੇ Q ਲੱਗਿਆ, ਇੱਥੇ R ਲੱਗਿਆ, ਇੱਥੇ S ਲੱਗਿਆ, ਠੀਕ ਹੈ ਜੀ। ਜਿਹੜਾ ਇਹਨਾਂ ਵਿਚਕਾਰ ਇੱਕ ਬੈਟਰੀ ਲਗਾਤੀ, ਇੱਕ ਕੀ ਲਗਾਤੀ, ਇਹਦਾ ਨਾਮ ਦਿੱਤੇ ਹੋਏ ਨੇ, ਇਹਦਾ ਨਾਮ A ਹੈ, ਇਹਦਾ ਨਾਮ B ਹੈ, ਇਹਦਾ ਨਾਮ C ਹੈ ਤੇ ਇਹਦਾ ਨਾਮ ਕੀ ਹੈ D ਹੈ। ਇਹਦੇ ਵਿਚਕਾਰ ਕੀ ਲਾਤਾ ਆਪਾਂ ਨੇ, ਗੈਲਵੈਨੋ ਕੀਤਾ, ठीक है। इट इज अरेंजमेंट ऑफ फोर रेजिस्टेंस इन फॉर्म ऑफ ब्रिज एज फिगर सच दैट सेल एंड की is connected
between point A and C, and galvanometer is connected, and galvanometer is connected between B and D. P ਤੇ D ਵਿਚਕਾਰ ਕੀ ਜੋੜਤਾ? ਗੈਲਵੈਨੋਮੀਟਰ ਜੋੜਤਾ। A ਤੇ C ਦੇ ਵਿਚਕਾਰ ਕੀ ਜੋੜਤੀ? ਬੈਟਰੀ ਤੇ ਕੀ ਲਗਾਤੀ। ਠੀਕ ਹੈ ਜੀ। And when the bridge is said to be balanced, when bridge is said to be balanced, ਜਦੋਂ ਬ੍ਰਿਜ ਬੈਲੈਂਸ ਹੋ ਗਿਆ, ਬੈਲੈਂਸ ਹੋਣ ਦਾ ਮਤਲਬ ਗਲਵੈਨੋਮੀਟਰ ਵਿਚਲਾ ਕਰੰਟ ਕੀ ਹੋ ਗਿਆ? ਤੁਹਾਡੇ ਕੋਲ ਜ਼ੀਰੋ ਹੋ ਗਿਆ। ਗਲਵੈਨੋਮੀਟਰ ਦੀ ਸੂਈ ਦੀ ਡਿਫਲੈਕਸ਼ਨ ਉਹ ਕੀ ਹੋ ਜੂਗੀ? ਸਟਾਪ ਹੋ ਜਾਓ। ਪਰ ਟੌਪਿਕ ਕਰਨ ਲੱਗੇ ਠੀਕ ਹੈ, ਜਦੋਂ ਪਤਾ ਚੱਲ ਜਾਏਗਾ। ਜਦੋਂ ਬ੍ਰਿਜ ਬੈਲੈਂਸ ਹੋ ਗਿਆ, ਦੈਟ ਮੀਨ ਗਲਵੈਨੋਮੀਟਰ ਦੀ ਡਿਫਲੈਕਸ਼ਨ ਤੁਹਾਡੇ ਕੋਲ ਜ਼ੀਰੋ ਹੋ ਗਈ, ਦੈਨ ਇਹ ਕੰਡੀਸ਼ਨ ਓਬੇ ਹੋਊਗੀ, P/Q ਇਜ਼ ਇਕੁਅਲ ਟੂ R/S ਹੋਏਗਾ। ਮਤਲਬ ਆਹ ਰੈਜ਼ਿਸਟੈਂਸ ਬਾਈ ਆਹ ਇਜ਼ ਇਕੁਅਲ ਟੂ ਦੈਟ ਰੈਜ਼ਿਸਟੈਂਸ ਬਾਈ ਦੈਟ। ਇਹ ਕੰਡੀਸ਼ਨ ਉਦੋਂ ਹੀ ਹੈ ਜਦੋਂ ਇਹਦੇ ਵਿਚਲਾ ਕਰੰਟ ਤੁਹਾਡੇ ਕੋਲ ਕੀ ਹੋ ਗਿਆ? ਜ਼ੀਰੋ ਹੋ ਗਿਆ। ਉਸ ਕੇਸ ਨੂੰ ਆਪਾਂ ਕੀ ਬੋਲਦੇ ਹਾਂ? ਵੀਟਸਟੋਨ ਬ੍ਰਿਜ ਇਜ਼ ਸੈਡ ਟੂ ਬੀ ਬੈਲੈਂਸ, ਇਕੁਇਲਿਬਰੀਅਮ ਦੇ ਵਿੱਚ ਆ ਗਿਆ। ਇਸ ਚੀਜ਼ ਦਾ ਪ੍ਰੂਫ ਕਰਨ ਲੱਗੇ ਹੁਣ। ਠੀਕ ਹੈ ਜੀ। ਲੈਟ ਅਸ ਸਪੋਜ਼ ਜਿਹੜੀ ਹੈ ਬੈਟਰੀ ਹੈ ਜਾਂ ਸੈੱਲ ਹੈ, ਇਹਨੇ ਕਰੰਟ I ਸੈਂਡ ਕੀਤਾ ਆਪਣਾ। ਐਟ ਪੁਆਇੰਟ A ਜਿਹੜਾ I ਹੈ ਉਹ ਡਿਸੋਸੀਏਟ ਹੋ ਗਿਆ, ਉਹਦਾ ਕੁਝ ਪਾਰਟ I1 ਇੱਧਰ ਚਲਾ ਗਿਆ, ਤਾਂ ਰਿਮੇਨਿੰਗ ਪਾਰਟ ਕੀ ਰਹਿ ਗਿਆ? I-I1 ਉਹ ਤੁਹਾਡੇ ਕੋਲ ਇੱਧਰ ਚਲਾ ਗਿਆ R1 ਨੂੰ। ਹੁਣ I1 B ਤੱਕ ਤੁਹਾਡੇ ਕੋਲ I1 ਪਹੁੰਚਿਆ, ਉਹ 'ਚੋਂ IG ਇੱਧਰ ਚਲਾ ਗਿਆ, ਅਤੇ ਪਿੱਛੇ ਕਿੰਨਾ ਰਹਿ ਗਿਆ ਤੁਹਾਡੇ ਕੋਲ? I1 - IG ਤੁਹਾਡੇ ਇੱਧਰ ਚਲਾ ਗਿਆ। IG ਦੇ ਵਿੱਚ ਕ੍ਰਾਸ ਹੋ ਗਿਆ, ਇੱਥੇ ਤੁਹਾਡੇ ਕੋਲ ਕੀ ਕਰੰਟ ਕੀ ਬਣ ਗਿਆ? I - I1 + IG। ਠੀਕ ਹੈ। ਇੱਧਰੋਂ IG ਆ ਗਿਆ, ਇੱਧਰੋਂ I - I1 ਆ ਰਿਹਾ, ਦੋਨੇ ਇੱਥੇ ਜਾ ਕੇ ਮੀਟ ਕਰ ਗਏ। ਮੀਟ ਕਰਨ ਦਾ ਮਤਲਬ ਹੁੰਦਾ ਕੀ ਕਰ ਗਿਆ? ਜੋੜ ਕਰਤਾ, ਕਿਉਂਕਿ ਟੁਵਰਡ ਜੰਕਸ਼ਨ ਮੂਵ ਕਰ ਰਹੇ ਨੇ। I - I1 ਇੱਕ ਕਰੰਟ ਹੋ ਗਿਆ, ਉਹਦੇ ਵਿੱਚ IG ਹੋ ਗਿਆ, ਤੁਹਾਡੇ ਕੋਲ ਟੋਟਲ ਕਰੰਟ ਬਣ ਗਿਆ। ਠੀਕ ਹੈ ਜੀ। ਹੁਣ ਇਹ 'ਤੇ ਲਗਾਵਾਂਗੇ ਕਿਰਚੌਫ ਦਾ। ਇਹਦੇ ਵਿੱਚ ਦੇਖੋ ਦੋ ਲੂਪਸ ਬਣ ਰਹੀਆਂ, ਇੱਕ ਬਣ ਰਹੀ ਹੈ ABDA, ABDA। ਦਿਸ ਇਜ਼ ਦ ਲੂਪ 1। ਇਹਦੇ ਵਿੱਚ ਆਪਾਂ ਕਿਹੜਾ ਰੂਲ ਲਾਵਾਂਗੇ? ਵੋਲਟੇਜ ਦਾ। ਅਪਲਾਈ ਕਿਰਚੌਫਸ ਸੈਕੰਡ ਰੂਲ ਇਨ ਲੂਪ 1। ਦੇਖੋ ਜੀ, ਲੂਪ 1 ਆ ਬਣ ਰਹੀ ਹੈ, ਇੱਥੋਂ ਸਟਾਰਟ ਕਰ ਲਓ। ਸਭ ਤੋਂ ਪਹਿਲਾਂ I1 ਕਰੰਟ 'ਚ ਆ ਰਿਹਾ, ਕਰੰਟ ਕਿਵੇਂ ਜਾ ਰਿਹਾ? ਕਲੋਕਵਾਈਜ਼ ਜਾ ਰਿਹਾ, ਤਾਂ ਵੋਲਟੇਜ ਇਹਦਾ ਕੀ ਬਣ ਜੂਗਾ? I × P, V ਇਜ਼ ਇਕੁਅਲ ਟੂ IR। ਫਿਰ ਇਹਦੀ ਰੈਜ਼ਿਸਟੈਂਸ ਮੰਨ ਲਓ G ਹੈ, ਤਾਂ ਇਹਦੇ ਕਿੰਨਾ ਬਣ ਜੂਗਾ? IG ਕਰੰਟ ਇੰਟੂ ਰੈਜ਼ਿਸਟੈਂਸ, V ਇਜ਼ ਇਕੁਅਲ ਟੂ IR। ਠੀਕ ਹੈ ਜੀ। ਹੁਣ ਜਿਹੜਾ AD ਹੈ, ਇਹ 'ਚ ਕਰੰਟ ਐਂਟੀ ਕਲੋਕਵਾਈਜ਼ ਜਾ ਰਿਹਾ। ਜਦੋਂ ਐਂਟੀ ਕਲੋਕਵਾਈਜ਼ ਜਾਂਦਾ ਤਾਂ ਵੋਲਟੇਜ ਆਪਾਂ ਕੀ ਲੈਂਦੇ ਹਾਂ? ਨੈਗੇਟਿਵ ਲੈਂਦੇ ਹਾਂ। ਸੈਕੰਡ ਰੂਲ 'ਚ ਇਹ ਗੱਲ ਪੜ੍ਹੀ ਹੋਈ ਹੈ, ਨੈਗੇਟਿਵ ਲੈ ਲਓ। ਕਰੰਟ ਕਿੰਨਾ ਤੁਹਾਡੇ ਕੋਲ ਜਾ ਰਿਹਾ? I - I1, ਰੈਜ਼ਿਸਟੈਂਸ ਕਿੰਨੀ? R। ਟੋਟਲ ਚੇਂਜ ਬਰਾਬਰ ਕਾਹਦੇ ਹੋਊਗਾ? 0 ਹੋਊਗਾ। ਇਹਨੂੰ ਇਕੁਏਸ਼ਨ ਨੰਬਰ 1 ਸਪੋਜ਼ ਕਰ ਲਓ। ਫਿਰ ਦੂਜਾ ਰੂਲ ਲੈ ਗਿਆ, ਲੂਪ 2। ਕਿਹੜੀ ਆ ਉਹ? BCDB। ਇਹ 'ਤੇ ਅਪਲਾਈ ਕਰ ਦਿਓ। ਅਪਲਾਈ ਵੋਲਟੇਜ ਰੂਲ, ਕਿਰਚੌਫ ਦਾ ਵੋਲਟੇਜ ਰੂਲ ਅਪਲਾਈ ਕਰ ਦਿਓ। ਤੇ ਦੇਖੋ ਜੀ ਵੋਲਟੇਜ ਰੂਲ ਕਿਵੇਂ ਬਣੂਗਾ। ਇੱਥੋਂ ਸਟਾਰਟ ਕਰ ਲਓ। I × R, I1 × IG, R ਹੁੰਦਾ ਤੁਹਾਡੇ ਕੋਲ Q, ਪੋਜ਼ੀਟਿਵ ਕਰ ਲੈ ਕੇ ਆਏਗਾ, ਇਹ ਦੋਨੋਂ ਨੈਗੇਟਿਵ ਬਣ ਗਏ। -IG × G I - I1 + IG × S ਬਰਾਬਰ ਕਾਹਦੇ ਬਣ ਗਿਆ? ਦੇਖੋ ਇਹ ਪੋਜ਼ੀਟਿਵ ਹੈ, ਵੋਲਟੇਜ ਕਰੰਟ ਗੁਣਾ ਰੈਜ਼ਿਸਟੈਂਸ ਹੋ ਗਿਆ। ਇਹਦੇ ਨਾਲ ਕਰਤੀ, ਇਹਦੀ ਅਸਲ ਨਾਲ ਕਰਤੀ। ਫਿਰ ਇਹ ਕੰਡੀਸ਼ਨ ਕਦੋਂ ਹੁੰਦੀ ਹੈ? when bridge is balanced।